ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਤੇ ਆਦਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕੁਝ ਖਬਰਾਂ ਦਿਲਚਸਪ ਰੂਪ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਕੁਝ ਇੱਕ ਅੱਜ ਦੇ ਦਿਨ ਦੇ ਨਾਲ ਸੰਬੰਧਿਤ ਨੇ, ਦਿਨ ਦੀ ਵਿਸ਼ੇਸ਼ਤਾ ਦੇ ਨਾਲ ਸੰਬੰਧਿਤ ਨੇ, ਤੇ ਕੁਝ ਇੱਕ ਬੀਤੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਨੇ। ਤੇ ਇੱਕ 50 ਕਰੋੜ ਰੁਪਏ ਦੀ ਜਾਲੀ ਕਰੰਸੀ ਫੜੀ ਗਈ ਹੈ। ਉਹ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇੱਕ ਤੁਹਾਨੂੰ ਪਤਾ ਹੋਣਾ ਕਿ ਜਿਸ ਤਰ੍ਹਾਂ ਵੈਨਕੂਵਰ ਹੈ, ਜਾਰਜ ਵੈਨਕੂਵਰ ਦੇ ਨਾਂ ਤੇ ਇਹ ਸ਼ਹਿਰ ਦਾ ਵਸਿਆ ਹੋਇਆ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਇੱਕ ਹੈਮਿਲਟਨ ਸ਼ਹਿਰ ਹੈ, ਉਹ ਇੱਕ ਵਿਅਕਤੀ ਵਿਸ਼ੇਸ਼ ਦੇ ਨਾਂ ਤੇ ਵਸਿਆ ਹੋਇਆ ਸ਼ਹਿਰ ਹੈ, ਤੇ ਉੱਥੇ ਉਹਦਾ ਬੁੱਤ ਲੱਗਿਆ ਹੋਇਆ। ਹੁਣ ਬੁੱਤ ਹਟਾਉਣ ਦੀ ਪ੍ਰਥਾ ਦੁਨੀਆ ਦੇ ਵਿੱਚ ਲਗਭਗ ਸ਼ੁਰੂ ਹੋ ਚੁੱਕੀ ਹੈ। ਇਸੇ ਕਵਾਇਦ ਦੇ ਅਧੀਨ ਜਿਹੜੇ ਵਿਅਕਤੀ ਦੇ ਨਾਂ ਤੇ ਇੱਕ ਸ਼ਹਿਰ ਵਸਿਆ ਹੋਵੇ, ਉਹ ਸ਼ਹਿਰ ਦੇ ਵਿੱਚੋਂ ਉਹਦੇ ਬੁੱਤ ਨੂੰ ਤਲਾਂਜਲੀ ਦੇ ਦਿੱਤੀ ਗਈ ਹੈ। ਕਾਰਨ ਕੀ ਬਣਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਵੈਨਕੂਵਰ ਦੇ ਵਿੱਚ ਜਾਰਜ ਵੈਨਕੂਵਰ ਦਾ ਬੁੱਤ ਲੱਗਿਆ ਹੋਇਆ, ਉਹਦੇ ਉੱਤੇ ਵੀ ਕਿਸੇ ਨੇ ਰੰਗ ਪਾ ਦਿੱਤਾ ਗਿਆ, ਉਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਦੇ ਨਾਲ ਨਾਲ 12 ਜੂਨ ਦਾ ਦਿਨ ਦੁਨੀਆ ਭਰ ਦੇ ਵਿੱਚ ਬਾਲ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਐਂਟੀ ਚਾਈਲਡ ਲੇਬਰ ਡੇ ਸਾਲ 2002 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ ਮਨਾਉਣ ਦੀ। ਉਹਦੇ ਮੁਤਾਲਕ ਕੁਝ ਇੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਕੁਝ ਸਾਨੂੰ ਸੋਚਣ ਵਾਸਤੇ ਮਜਬੂਰ ਕਰਨਗੀਆਂ। ਇਹ ਸਾਰੀਆਂ ਖਬਰਾਂ ਦੇ ਨਾਲ ਨਾਲ ਆਮ ਤੌਰ ਤੇ ਕਹਿੰਦੇ ਹੁੰਦੇ ਨੇ ਵੀ ਸਭ ਤੋਂ ਮਾੜਾ ਦਿਨ ਉਹ ਹੁੰਦਾ ਜਦੋਂ ਪੁੱਤ ਦੀ ਅਰਥੀ ਬਾਪ ਦੇ ਮੋਢਿਆਂ ਤੇ ਦੀ ਜਾ ਰਹੀ ਹੋਵੇ। ਪਰ ਇੱਕ ਇਸੇ ਤਰ੍ਹਾਂ ਦੀ ਦੁਖਦਾਇਕ ਘਟਨਾ ਵਾਪਰੀ ਹੈ। ਮੈਂ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਇਹ ਖਬਰਾਂ ਨੂੰ ਤਫਸੀਲ ਦਈਏ, ਵਿਸਥਾਰ ਦਈਏ, ਉਹ ਤੋਂ ਪਹਿਲਾਂ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਦਬਾ ਲਿਓ, ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਉਹਦਾ ਸੁਨੇਹਾ ਪੁੱਜ ਜੇ। ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਤੋਂ ਹੀ ਕਰਦੇ ਹਾਂ ਕਿ 12 ਜੂਨ ਨੂੰ ਐਂਟੀ ਚਾਈਲਡ ਲੇਬਰ ਡੇ ਮਨਾਇਆ ਜਾਂਦਾ ਹੈ। ਪਹਿਲੀ ਗੱਲ ਤਾਂ ਦੁਨੀਆ ਭਰ ਦੇ ਵਿੱਚ ਹੀ ਕਰੋੜਾਂ ਬੱਚੇ ਨੇ ਜਿਹੜੇ ਆਪਣੀ ਬਾਲ ਵਰੇਸ ਦੇ ਵਿੱਚ ਮਜ਼ਦੂਰੀ ਕਰਦੇ ਆ। ਖਾਸ ਕਰਕੇ ਭਾਰਤ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੇ। ਸਰਕਾਰੀ ਅੰਕੜੇ ਕੁਝ ਕਹਿੰਦੇ ਹੋਣ ਭਾਵੇਂ, ਪਰ ਉਹਨਾਂ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਲੋਕ ਨੇ। ਤੁਸੀਂ ਢਾਬਿਆਂ ਤੇ ਦੇਖੇ ਹੋਣਗੇ, ਤੁਸੀਂ ਦੁਕਾਨਾਂ ਤੇ ਦੇਖੇ ਹੋਣਗੇ, ਤੁਸੀਂ ਰੈਸਟੋਰੈਂਟਾਂ ਤੇ ਦੇਖੇ ਹੋਣਗੇ, ਤੁਸੀਂ ਪਾਲਿਸ਼ ਕਰਦੇ ਦੇਖੇ ਹੋਣੇ ਆ, ਤੁਸੀਂ ਬੱਸ ਅੱਡਿਆਂ ਦੇ ਉੱਤੇ ਦੇਖੇ ਹੋਣੇ ਆ, ਤੁਸੀਂ ਟ੍ਰੇਨ ਦੇ ਵਿੱਚ ਦੇਖੇ ਹੋਣੇ ਆ। ਜਿਹੜੇ ਛੋਟੇ ਛੋਟੇ ਬੱਚੇ ਨੇ ਕੁਝ ਨਾ ਕੁਝ ਵੇਚ ਰਹੇ ਨੇ, ਨਾ ਕਿਤੇ ਮਜ਼ਦੂਰੀ ਕਰ ਰਹੇ ਆ। ਸੋ ਹਾਲਾਂਕਿ ਉਹ ਕਾਨੂੰਨ ਦੀ ਉਲੰਘਣਾ ਹੈ, ਪਰ ਕਈ ਵਾਰੀ ਕਾਨੂੰਨ ਦੇ ਰਾਖੇ ਜਾਂ ਜਿਹੜੇ ਰਖਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਕੋਈ ਝਾੜੂ ਪੋਚੇ ਦਾ ਕੰਮ ਕਰ ਰਿਹਾ, ਕੋਈ ਰੋਟੀ ਬਣਾਉਣ ਦਾ ਕੰਮ ਕਰ ਰਿਹਾ, ਕੋਈ ਕੁਝ ਹੋਰ ਕੰਮ ਕਰ ਰਿਹਾ। ਹੋਣਾ ਨਹੀਂ ਚਾਹੀਦਾ। ਪਰ ਦੋ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਕਿਉਂਕਿ ਸਮੇਂ ਦੇ ਮੁਤਾਬਕ ਸਮੇਂ ਦੀ ਸੀਮਾ ਵਿੱਚ ਰਹਿੰਦੀਆਂ। ਪਹਿਲੀ ਖਬਰ, 14 ਵਰ੍ਹਿਆਂ ਦੀ ਇੱਕ ਲੜਕੀ, ਉਸ ਲੜਕੀ ਨੂੰ ਉਹਦੇ ਬਾਪ ਨੇ ਕਿਸੇ ਦੇ ਕੋਲ ਵੇਚ ਦਿੱਤਾ। ਪਰ ਬਹਾਨਾ ਕੀ ਲਾਇਆ ਗਿਆ, ਇਹ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਆ। ਲੜਕੀ ਦੇ ਦੱਸਣ ਮੁਤਾਬਕ ਕਹਿੰਦੀ ਮੈਨੂੰ ਮੇਰੇ ਬਾਪ ਨੇ ਕਿਹਾ ਕਿ ਤੈਨੂੰ ਰਾਂਚੀ ਮੈਂ ਕਿਸੇ ਕੋਲ ਪੜ੍ਹਾਈ ਵਾਸਤੇ ਭੇਜਣਾ ਹੈ। ਹੁਣ ਦੇਖੋ, ਉਹ ਕਹਿੰਦੀ ਮੈਨੂੰ ਇੰਨੀ ਕੁ ਖੁਸ਼ੀ ਹੋਈ ਕਿ ਸਾਡੇ ਘਰ ਦੇ ਵਿੱਚ ਵੀ ਪੜ੍ਹਾਈ, ਮੈਂ ਪੜ੍ਹਾਂਗੀ, ਮੈਂ ਵੱਡੀ ਅਫਸਰ ਬਣਾਂਗੀ। ਕਹਿੰਦੀ ਪਤਾ ਹੀ ਨਹੀਂ ਸੀ ਕਿ ਮੇਰੇ ਬਾਪ ਨੇ ਜਿਸ ਬੰਦੇ ਕੋਲ ਮੈਨੂੰ ਵੇਚਿਆ ਉਹ ਮੈਨੂੰ ਪੜ੍ਹਾਉਣ ਲਿਖਾਉਣ ਵਾਸਤੇ ਨਹੀਂ, ਸਗੋਂ ਘਰ ਦਾ ਕੰਮ ਕਰਾਉਣ ਵਾਸਤੇ ਲੈ ਕੇ ਜਾ ਰਿਹਾ। ਉਹ ਕਹਿੰਦੀ ਜਦੋਂ ਮੈਂ ਉੱਥੇ ਗਈ ਮੇਰੀ ਦੁਨੀਆ ਬਦਲ ਚੁੱਕੀ ਸੀ। ਮੈਨੂੰ ਪਤਾ ਲੱਗਿਆ ਕਿ ਇਹ ਮੈਨੂੰ ਪੜ੍ਹਾਉਣ ਨਹੀਂ, ਘਰ ਦੇ ਕੰਮ ਵਾਸਤੇ ਲੈ ਕੇ ਆਇਆ ਤੇ ਮੇਰਾ ਤਾਂ ਸੌਦਾ ਹੋ ਚੁੱਕਿਆ। ਪਰ ਹੁਣ ਉਸ ਬੱਚੀ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਜੇਕਰ ਮੇਰੇ ਪੈਸੇ ਵਟ ਲਏ ਗਏ ਨੇ, ਵਟੋਰ ਲਏ ਗਏ ਨੇ, ਤੇ ਮੈਂ ਹੁਣ ਜਾਣਾ ਤੇ ਵਾਪਸ ਜਾਣਾ ਕਿੱਥੇ ਆ। ਕਹਿੰਦੀ ਮੈਂ ਕਈ ਵਾਰੀ ਭੱਜਣ ਦੀ ਕੋਸ਼ਿਸ਼ ਕੀਤੀ ਤੇ ਹਰ ਵਾਰੀ ਕੋਸ਼ਿਸ਼ ਦੇ ਵਿੱਚ ਅਸਫਲ ਰਹਿੰਦੀ ਤੇ ਫੜੀ ਜਾਂਦੀ। ਕਹਿੰਦੀ ਇੱਕ ਦਿਨ ਮੈਂ ਦੇਖਿਆ ਪਰਿਵਾਰ ਦੇ ਮੈਂਬਰ ਘਰੋਂ ਬਾਹਰ ਗਏ ਹੋਏ ਨੇ, ਕੁਝ ਇੱਕ ਮੈਂਬਰ ਸੀ ਉਹ ਘਰ ਵਿੱਚ ਸੁੱਤੇ ਸੀ। ਮੈਂ ਰਾਤ ਨੂੰ ਟੈਂਕੀ ਵਾਲਾ ਜਿਹੜਾ ਪਾਈਪ ਹੁੰਦਾ, ਪਾਈਪ ਦੇ ਰਾਹੀਂ ਹੌਲੀ ਹੌਲੀ ਖਿਸਕਦੀ ਹੇਠਾਂ ਉਤਰਨ ਵਿੱਚ ਕਾਮਯਾਬ ਹੋ ਗਈ ਤੇ ਉੱਥੋਂ ਫਰਾਰ ਹੋ ਗਈ। ਹੁਣ ਇੱਕ ਬੱਚੇ ਦੇ ਸਾਹਮਣੇ ਹੁਣ ਦਿੱਕਤ ਤੇ ਮੁਸੀਬਤ ਕਿੱਡੀ ਹੈ। ਹੁਣ ਕਈ ਵਾਰੇ ਹੋ ਗਏ ਸੀ ਉਹਨੂੰ ਕੰਮ ਕਰਦੀ ਨੂੰ ਉਸੇ ਸ਼ਹਿਰ ਦੇ ਵਿੱਚ। ਜਦੋਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਈ, ਉੱਥੋਂ ਦੇ ਰੇਲਵੇ ਸਟੇਸ਼ਨ ਤੇ ਚਲੇ ਵੀ ਗਈ। ਹੁਣ ਉਹਨੂੰ ਇਹ ਨਾ ਪਤਾ ਲੱਗੇਗਾ ਮੈਂ ਪਿੰਡ ਕਿਹੜਾ ਸੀ। ਬੱਚੀ ਸੀ, ਉਹਨੂੰ ਆਪਣਾ ਪਿੰਡ, ਉਹਨੂੰ ਸ਼ਹਿਰ, ਉਹਨੂੰ ਗ੍ਰਾਮ ਭੁੱਲ ਗਿਆ। ਉੱਥੋਂ ਫਿਰ ਉਹਨੂੰ ਇੱਕ ਚਾਈਲਡ ਲਾਈਨ ਵਾਲੇ ਦੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਘੱਟੋ ਘੱਟ 1 ਸਾਲ ਉਸ ਮਹਿਕਮੇ ਦੇ ਕੋਲੇ ਬੱਚੀ ਰਹੀ। ਉੱਥੇ ਹੌਲੀ ਹੌਲੀ ਉਹ ਪਰਤਾਂ ਖੋਲ੍ਹਦੇ ਗਏ, ਤੰਦਾਂ ਜੁੜਦੀਆਂ ਗਈਆਂ।
ਆਖਰਕਾਰ ਜਿਹੜੇ ਬਾਪ ਨੇ, ਜਿਹੜੇ ਪਿਓ ਨੇ ਇਹਦਾ ਸੌਦਾ ਕਰਕੇ ਕਿਸੇ ਦੇ ਹਵਾਲੇ ਕਰ ਦਿੱਤਾ ਸੀ, ਕਈ ਸਾਲਾਂ ਤੋਂ ਬਾਅਦ ਇਹ ਬੱਚੀ ਦੁਬਾਰਾ ਚਾਈਲਡ ਲੇਬਰ ਕਰਦੀ ਕਰਦੀ ਆਪਣੇ ਘਰ ਵਿੱਚ ਪਰਤ ਗਈ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਹੱਥੋਂ ਹੁਣ ਚਾਈਲਡ ਲੇਬਰ ਨਹੀਂ ਕਰਵਾਈ ਜਾਏਗੀ। ਜਿਸ ਬਾਪ ਨੇ ਉਹਦਾ ਪਹਿਲਾਂ ਸੌਦਾ ਕੀਤਾ, ਹੋ ਸਕਦਾ ਦੁਬਾਰਾ ਫਿਰ ਉਸੇ ਖੂਹ ਖਾਤੇ ਨੂੰ ਧੱਕ ਦਿੱਤਾ ਜਾਵੇ। ਦੂਸਰੇ ਪਾਸੇ ਤੁਹਾਨੂੰ ਪਤਾ ਹੈ ਕਿ ਲੋਕਡਾਊਨ ਹੋ ਗਿਆ, ਬਹੁਤ ਸਾਰੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਰੋਜ਼ੀ ਰੋਟੀ ਸਿਰਫ ਇਸ ਤਰ੍ਹਾਂ ਦੇ ਕੰਮ ਧੰਦਿਆਂ ਨਾਲ ਚੱਲ ਰਹੀ ਸੀ, ਜਿਹੜੇ ਹੁਣ ਬੰਦ ਪਏ ਆ। ਇੱਕ ਬੱਚਾ 12 ਵਰ੍ਹਿਆਂ ਦਾ ਬੱਚਾ, ਲੜਕੇ ਦਾ ਨਾਂ ਹੈ ਰਾਹੁਲ। ਉਹ ਇਸ ਵਕਤ ਕਰਿਆਨੇ ਦੀ ਦੁਕਾਨ ਤੇ ਕੰਮ ਕਰ ਰਿਹਾ। ਉੱਥੇ ਅੰਦਰ ਬੈਠ ਕੇ ਸੌਦਾ ਨਹੀਂ ਤੋਲਦਾ, ਉੱਥੇ ਕੋਈ ਸਾਫ਼ ਸਫਾਈ ਨਹੀਂ ਕਰਦਾ। ਜਿਹੜੇ ਲੋਕ ਲੋਕਡਾਊਨ ਦੇ ਕਾਰਨ, ਕਰੋਨਾ ਵਾਇਰਸ ਫੈਲੇ ਨਾ ਇਸ ਦੇ ਡਰ ਕਾਰਨ ਆਪੋ ਆਪਣੇ ਘਰਾਂ ਵਿੱਚ ਬੈਠੇ ਹੈ, ਕਰਿਆਨੇ ਦੀ ਦੁਕਾਨ ਦਾ ਮਾਲਕ ਉਹਨੂੰ ਮਹੀਨੇ ਦਾ ਸਿਰਫ 2000 ਰੁਪਈਆ ਦੇ ਰਿਹਾ। ਜਿਹੜਾ ਵੀ ਬੰਦਾ ਕਹਿੰਦਾ ਕਿ ਸਾਡੇ ਘਰ ਆਹ ਸੌਦਾ ਪੱਤਾ ਆਹ ਦੇ ਦਿਓ, ਉਹ ਸੌਦਾ ਦੁਕਾਨ ਤੋਂ ਚੱਕਦਾ, ਸਾਰਾ ਦਿਨ ਆਪਣੇ ਸਿਰ ਦੇ ਉੱਤੇ ਟੋਕਰੀ 'ਚ ਰੱਖਦਾ ਤੇ ਉਹਨਾਂ ਲੋਕਾਂ ਦੇ ਘਰੋਂ ਘਰੀ ਵੰਡਦਾ ਫਿਰਦਾ। ਹੁਣ ਉਹਨੂੰ ਪੁੱਛਿਆ ਗਿਆ ਕਿ ਇਹ ਕਾਰਨ ਕੀ ਬਣਿਆ। ਹੁਣ ਕਾਰਨ ਬਹੁਤ ਸੁਣਨ ਵਾਲਾ। ਉਹ ਕਹਿੰਦਾ ਮੇਰੇ ਬਾਪ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦੇ ਸੀ, ਰਿਕਸ਼ੇ ਬੰਦ ਹੋ ਗਏ। ਘਰ ਦੇ ਵਿੱਚ ਰੋਟੀ ਦਾ ਇੱਕੋ ਇੱਕ ਸਾਧਨ ਸੀ ਕਿ ਬਾਪ ਰਿਕਸ਼ਾ ਚਲਾਉਂਦਾ ਤੇ ਘਰ ਦਾ ਕੰਮ ਧੰਦਾ, ਘਰ ਦਾ ਚੁੱਲ੍ਹਾ ਬਲਦਾ। ਰਿਕਸ਼ੇ ਬੰਦ ਹੋ ਗਏ ਲੋਕਡਾਊਨ ਦੇ ਕਾਰਨ। ਉਹ ਕਹਿੰਦੇ ਸਾਨੂੰ 2 ਵਕਤ ਦੀ ਰੋਟੀ ਖਾਣੀ ਔਖੀ ਹੋ ਗਈ ਸੀ। ਮਰਦਿਆਂ ਨੇ ਕੀ ਨਾ ਕੀਤਾ। ਉਹ ਕਹਿੰਦੇ ਮੈਨੂੰ ਲੱਗਦਾ ਸੀ ਕਿ ਮੈਂ ਪੜ੍ਹਾਂਗਾ, ਪਰ ਸਕੂਲ ਬੰਦ ਪਏ ਸੀ, ਮੇਰੀ ਪੜ੍ਹਾਈ ਇਸ ਵਕਤ ਬੰਦ ਪਈ ਸੀ, ਬਾਪ ਦਾ ਕੰਮ ਬੰਦ ਪਿਆ ਸੀ, ਇਸ ਕਰਕੇ ਅਸੀਂ ਅੱਕ ਚੱਬ ਲਿਆ। 2000 ਰੁਪਈਆ ਮਹੀਨੇ ਤੇ ਹੁਣ ਉਹ ਕਰਿਆਨੇ ਦੀ ਦੁਕਾਨ ਤੇ ਕੰਮ ਕਰ ਰਿਹਾ ਤੇ ਲੋਕਾਂ ਦੇ ਸੌਦੇ ਪੱਤੇ ਘਰਾਂ ਵਿੱਚ ਵੰਡਦਾ ਫਿਰਦਾ। ਤੇ ਜੇਕਰ ਸਾਲ 2011 ਦੀ ਜਨਸੰਖਿਆ ਦੇ ਹਿਸਾਬ ਨਾਲ ਜਿਹੜੇ ਅੰਕੜੇ ਆਏ ਨੇ, 5 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਨੇ, 2011 ਦੇ ਵਿੱਚ 1 ਕਰੋੜ ਤੋਂ ਵੱਧ ਚਾਈਲਡ ਲੇਬਰ ਕਰਦੇ ਸੀ। ਤੇ ਜਿਹੜੇ 2016 ਦੇ ਅੰਕੜੇ ਆ, 5 ਤੋਂ ਲੈ ਕੇ 17 ਵਰ੍ਹਿਆਂ ਦੇ ਦਰਮਿਆਨ ਦੇ 15 ਕਰੋੜ ਤੇ 20 ਲੱਖ, ਬਹੁਤ ਵੱਡਾ ਅੰਕੜਾ। ਪਰ ਜੇਕਰ ਇਕੱਲੇ ਭਾਰਤ ਦੀ ਗੱਲ ਕਰੀਏ ਤਾਂ 2016 ਦੇ ਅੰਕੜੇ ਦੱਸਦੇ ਨੇ ਕਿ 2 ਕਰੋੜ ਤੇ 38 ਲੱਖ ਬੱਚੇ, ਭਾਵੇਂ ਸਰਕਾਰੀ ਅੰਕੜੇ ਨੇ, ਬਹੁਤ ਸਾਰੇ ਉਹ ਅੰਕੜੇ ਹੋਣਗੇ ਜਿਹੜੇ ਦਰਜੇ ਨਹੀਂ, ਇੰਦਰਾਜ ਹੀ ਕਿਤੇ ਨਹੀਂ, ਭਾਵ ਕਰੋੜਾਂ ਦੀ ਗਿਣਤੀ ਵਿੱਚ ਬੱਚੇ ਚਾਈਲਡ ਲੇਬਰ ਕਰ ਰਹੇ ਨੇ। ਸੁਣ ਅਗਲੀ ਖਬਰ ਝਾਰਖੰਡ ਦੇ ਕਨੌਆ ਪਿੰਡ ਦੇ ਵਿੱਚ ਵਾਪਰੀ ਹੈ। ਬੀਤੇ ਦਿਨੀ 24 ਮਈ ਨੂੰ 19 ਕੁ ਵਰ੍ਹਿਆਂ ਦਾ ਇੱਕ ਲੜਕਾ ਤਾਮਿਲਨਾਡੂ ਦੇ ਵਿੱਚ ਕੰਮਕਾਰ ਕਰਦਾ ਸੀ। ਉੱਥੇ ਕੰਮ ਠੱਪ ਹੋ ਗਏ, ਘਰੇ ਆ ਗਿਆ। ਘਰੇ ਆਉਣ ਤੋਂ ਕੁਝ ਦਿਨ ਬਾਅਦ ਅਚਨਚੇਤ ਖਾਣਾ ਖਾਣ ਤੋਂ ਬਾਅਦ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਹੋਈ। ਉਹਦੇ ਤੋਂ ਬਾਅਦ ਦੇਖਿਆ ਗਿਆ ਕਿ ਹੋਇਆ ਕੀ ਆ। ਉਹੜ ਪੋੜ ਘਰ ਦੇ ਕਰਨ ਲੱਗੇ, ਪਰ 3-4 ਉਲਟੀਆਂ ਆਈਆਂ। ਬਸ ਇਹਨਾਂ ਉਲਟੀਆਂ ਨੇ ਮੁੰਡੇ ਨੂੰ ਉਲਟਾ ਕਰਕੇ ਰੱਖ ਦਿੱਤਾ, ਮੁੱਧਾ ਕਰਕੇ ਰੱਖ ਦਿੱਤਾ, ਭਾਵ ਉਸ ਤੇ ਪ੍ਰਾਣ ਪੰਖੇਰੂ ਉੱਡ ਗਏ। ਹੁਣ ਇੱਕ ਬਾਪ ਦੇ ਸਾਹਮਣੇ ਉਹਦੇ ਹੱਥਾਂ ਵਿੱਚ ਇੱਕ ਨੌਜਵਾਨ ਪੁੱਤ ਦੀ ਮੌਤ ਹੋ ਜਾਵੇ, ਮਾਪਿਆਂ ਦੇ ਪੱਲੇ ਰਹਿੰਦਾ ਕੱਖ ਨਹੀਂ। ਹੁਣ ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਬੱਚਾ ਕੀ ਖਾ ਗਿਆ। ਬੱਚੇ ਦੀ ਮੌਤ ਦਾ ਕਾਰਨ ਬਣਿਆ ਤਾਂ ਕੀ ਬਣਿਆ। ਹਲੇ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹਦੇ ਬਾਪ ਦੀ ਅਚਨਚੇਤ ਬੈਠੇ ਬੈਠੇ ਨੂੰ ਘਬਰਾਹਟ ਮਹਿਸੂਸ ਹੋਈ ਤੇ ਬੱਚੇ ਦੇ ਬਾਪ ਦੇ ਵੀ ਪ੍ਰਾਣ ਪੰਖੇਰੂ ਉੱਡ ਗਏ। ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਡਾਕਟਰ ਕਹਿੰਦੇ ਕਿ ਇਹ ਸਦਮਾ ਨਹੀਂ ਝੱਲ ਸਕਿਆ, ਇਹ ਸਦਮਾ ਸਹਾਰ ਨਹੀਂ ਸਕਿਆ। ਇੱਕ ਅਰਥੀ ਦੀ ਬਜਾਏ ਇੱਕ ਘਰ ਦੇ ਵਿੱਚੋਂ 2 ਲਾਸ਼ਾਂ ਉੱਠੀਆਂ, ਇੱਕ ਘਰ ਦੇ ਵਿੱਚ 2 ਮੌਤਾਂ ਇਸ ਕਰਕੇ ਹੋ ਗਈਆਂ। ਡਾਕਟਰਾਂ ਦੇ ਦੱਸਣ ਦੇ ਮੁਤਾਬਕ ਕਿ ਇਸ ਵਿਅਕਤੀ ਦਾ ਹਾਰਟ ਫੇਲ ਹੋ ਗਿਆ। ਹਾਰਟ ਅਟੈਕ ਵੀ ਨਹੀਂ, ਹਾਰਟ ਫੇਲ ਹੀ ਹੋ ਗਿਆ। ਤੁਸੀਂ ਦੇਖੋ ਕਿ ਕਿੰਨਾ ਇੱਕ ਦੂਸਰੇ ਨਾਲ ਲਗਾਅ ਹੋਵੇਗਾ ਕਿ ਆਪਣੇ ਪੁੱਤਰ ਦੀ ਮੌਤ ਦਾ ਉਹ ਸਦਮਾ ਝੱਲ ਨਹੀਂ ਸਕਿਆ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਬੀਤੇ ਕੁਝ ਦਿਨਾਂ ਤੋਂ ਜਦੋਂ ਅਮਰੀਕਾ ਦੇ ਮਿਨੀਐਪੋਲਿਸ ਦੇ ਵਿੱਚ ਬੀਤੀ 25 ਮਈ ਨੂੰ ਇੱਕ ਸ਼ਿਆ ਮੂਲ ਦੇ ਕਾਲੇ ਵਿਅਕਤੀ ਜਾਰਜ ਫਲੋਇਡ ਦੀ ਮੌਤ ਹੁੰਦੀ ਹੈ, ਪੁਲਿਸ ਹਿਰਾਸਤ ਵਿੱਚ ਮੌਤ ਹੁੰਦੀ ਹੈ। ਉਹਦੇ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਲੋਕ ਨਸਲਵਾਦ ਦੇ ਖਿਲਾਫ ਵੱਡੀ ਗਿਣਤੀ ਵਿੱਚ ਉੱਠ ਖੜੇ ਹੋਏ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਕੈਨੇਡਾ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਸਲਵਾਦ ਹੋ ਰਿਹਾ ਹੈ। ਕਈਆਂ ਥਾਵਾਂ ਤੇ ਲੁਕਵੇਂ ਢੰਗ ਨਾਲ ਹੈ ਤੇ ਕਈਆਂ ਤੇ ਆਮ ਸ਼ਰੇਆਮ ਹੈ। ਖਾਸ ਕਰਕੇ ਕਾਲੇ ਭਾਈਚਾਰੇ ਨਾਲ, ਮੁਸਲਿਮ ਭਾਈਚਾਰੇ ਨਾਲ, ਏਸ਼ੀਅਨ ਭਾਈਚਾਰੇ ਨਾਲ ਤੇ ਕਈ ਹੋਰ ਫਿਰਕਿਆਂ ਨਾਲ ਵੀ ਨਸਲਵਾਦ ਜਾਰੀ ਹੈ। ਪਰ ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈਮਿਲਟਨ।
ਹੈਮਿਲਟਨ ਦੇ ਵਿੱਚ ਰਹਿੰਦਾ ਇੱਕ ਭਾਈਚਾਰਾ ਮਾਇਓਰੀ ਕਬੀਲੇ ਦੇ 1,60,000 ਦੀ ਆਬਾਦੀ ਵਾਲਾ ਸ਼ਹਿਰ ਹੈ, ਜਿੱਥੇ 1/4 ਆਬਾਦੀ ਇਸ ਕਬੀਲੇ ਦੇ ਲੋਕ ਰਹਿੰਦੇ ਹੈ। ਤੇ ਉਹ ਸ਼ਹਿਰ ਦਾ ਜਿਹੜਾ ਨਾਂ ਹੈਮਿਲਟਨ ਹੈ, ਕੈਪਟਨ ਜੌਨ ਹੈਮਿਲਟਨ ਦੇ ਨਾਂ ਤੇ ਰੱਖਿਆ ਹੋਇਆ। ਤੇ 1860ਵੇਂ ਦੇ ਦਹਾਕੇ ਦੇ ਵਿੱਚ ਇਸ ਵਿਅਕਤੀ ਤੇ ਇਲਜ਼ਾਮ ਲੱਗਦੇ ਆ ਕਿ ਇਸ ਭਾਈਚਾਰੇ ਦੇ ਲੋਕਾਂ ਦਾ ਉਸ ਵਿਅਕਤੀ ਨੇ ਕਤਲੇਆਮ ਕੀਤਾ ਸੀ। ਇਸ ਭਾਈਚਾਰੇ ਦੇ ਲੋਕਾਂ ਨੇ ਨਸਲਵਾਦ ਦੇ ਖਿਲਾਫ ਜਦੋਂ ਹੁਣ ਆਵਾਜ਼ ਅਮਰੀਕਾ ਤੋਂ ਸ਼ੁਰੂ ਹੋਈ ਤੇ ਹੌਲੀ ਹੌਲੀ ਚਾਰੇ ਪਾਸੇ ਫੈਲੀ, ਨਿਊਜ਼ੀਲੈਂਡ ਦੇ ਇਸ ਸ਼ਹਿਰ ਦੇ ਸਿਟੀ ਕੌਂਸਲ ਨੂੰ, ਮੇਅਰ ਨੂੰ ਮੰਗ ਪੱਤਰ ਦਿੱਤਾ ਕਿ ਜਦੋਂ ਅਸੀਂ ਆਹ ਸਿਟੀ ਹਾਲ ਦੇ ਕੋਲ ਦੀ ਲੰਘਦੇ ਹਾਂ, ਆ ਜਿੱਥੇ ਇਸ ਵਿਅਕਤੀ ਦਾ ਬੁੱਤ ਲੱਗਿਆ ਹੋਇਆ, ਸਾਨੂੰ ਲੱਗਦਾ ਕਿ ਸਾਡਾ ਕਾਤਲ ਸਾਡੀਆਂ ਅੱਖਾਂ ਦੇ ਸਾਹਮਣੇ ਖੜਾ ਹੈ, ਸਾਨੂੰ ਨਹੀਂ ਇਹ ਚੰਗਾ ਲੱਗਦਾ। ਮੇਅਰ ਕਹਿੰਦਾ ਠੀਕ ਹੈ, ਆਪਾਂ ਇਹ ਬੁੱਤ ਹਟਾ ਦਿੰਦੇ ਹਾਂ। ਹੁਣ ਜਿਸ ਵਿਅਕਤੀ ਦੇ ਨਾਂ ਦੇ ਉੱਤੇ ਉਹ ਸ਼ਹਿਰ ਵਸਿਆ ਹੋਇਆ, ਉਸ ਵਿਅਕਤੀ ਦਾ ਬੁੱਤ ਉਹ ਸ਼ਹਿਰ ਦੇ ਵਿੱਚੋਂ, ਨਿਊਜ਼ੀਲੈਂਡ ਦਾ ਸ਼ਹਿਰ ਹੈਮਿਲਟਨ ਦੇ ਵਿੱਚੋਂ ਹਟਾ ਦਿੱਤਾ ਗਿਆ। ਪਰ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਉਸ ਬੁੱਤ ਨੂੰ ਦੇਖ ਕੇ ਹੋ ਸਕਦਾ ਬੁੱਤ ਕੋਲ ਦੀ ਸਾਰਾ ਉਹ ਭਾਈਚਾਰਾ ਲੰਘਦਾ ਵੀ ਨਾ ਹੋਵੇ, ਪਰ ਜਿਹੜੇ ਸ਼ਹਿਰ ਦਾ ਉਸ ਜਿਸ ਦੇ ਉੱਤੇ ਇਲਜ਼ਾਮ ਲੱਗ ਰਿਹਾ, ਦੋਸ਼ ਲੱਗ ਰਿਹਾ ਇੱਕ ਭਾਈਚਾਰੇ, ਇੱਕ ਕਬੀਲੇ ਵੱਲੋਂ ਕਿ ਸਾਡੇ ਪੁਰਖਿਆਂ ਦਾ ਇਹ ਕਾਤਲ ਹੈ ਜਾਂ ਕਾਤਲ ਸੀ, ਤੇ ਉਹ ਸ਼ਹਿਰ ਦੇ ਵਿੱਚੋਂ ਰਹਿ ਰਹੇ ਨੇ। ਹੁਣ ਕੋਈ ਚਿੱਠੀ ਆਉਂਦੀ ਹੋਣੀ ਹੈ, ਕਿਤੇ ਦੱਸਣਾ ਪੈਂਦਾ ਹੋਣਾ, ਜ਼ਿਕਰ ਤੇ ਵਾਰ-ਵਾਰ ਫਿਰ ਵੀ ਹੈਮਿਲਟਨ ਦਾ ਹੁੰਦਾ ਹੀ ਹੋਣਾ। ਇਸੇ ਤਰ੍ਹਾਂ ਬਰਤਾਨੀਆ ਦੇ ਵਿੱਚੋਂ ਬਹੁਤ ਸਾਰੇ ਬੁੱਤ ਜਾਂ ਤਾਂ ਲੋਕਾਂ ਨੇ ਤੋੜ ਦਿੱਤੇ ਹੈ, ਜਾਂ ਉਹਨਾਂ ਨੂੰ ਤੋੜਨ ਦੀਆਂ ਗੱਲਾਂ ਚੱਲ ਰਹੀਆਂ ਨੇ, ਜਾਂ ਮੈਮੋਰੰਡਮ ਦਿੱਤੇ ਜਾ ਰਹੇ ਨੇ। ਇਸੇ ਤਰ੍ਹਾਂ ਬੀਤੇ ਦਿਨੀ ਵਾਸ਼ਿੰਗਟਨ DC ਅਮਰੀਕਾ ਦੇ ਵਿੱਚ ਵੀ ਮਹਾਤਮਾ ਗਾਂਧੀ ਦਾ ਬੁੱਤ, ਉਹਦੀ ਵੀ ਭੰਨ ਤੋੜ ਕੀਤੀ ਗਈ ਹੈ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸਥਿਤੀਆਂ ਤੇ ਪਰਿਸਥਿਤੀਆਂ ਬਦਲ ਰਹੀਆਂ ਨੇ, ਬਹੁਤ ਸਾਰੇ ਬੁੱਤ ਜਾਂ ਤਾਂ ਤੋੜ ਭੰਨ ਦਿੱਤੇ ਜਾਣੇ ਨੇ, ਜਾਂ ਫਿਰ ਲੋਕਾਂ ਦੀ ਆਵਾਜ਼ ਇਹਨਾਂ ਦੇ ਖਿਲਾਫ ਬੁਲੰਦ ਹੋਈ ਜਾਣੀ ਹੈ। ਹੋ ਸਕਦਾ ਕਿਸੇ ਜ਼ਮਾਨੇ 'ਚ ਉਸ ਜ਼ਮਾਨੇ 'ਚੋਂ ਬੰਦੇ ਹੀਰੋ ਹੋਣ, ਪਰ ਸਮਾਜ ਦੀਆਂ ਕਦਰਾਂ ਕੀਮਤਾਂ ਬਦਲ ਰਹੀਆਂ ਨੇ, ਇਸ ਕਰਕੇ ਹੋ ਸਕਦਾ ਬਹੁਤ ਸਾਰੇ ਥਾਵਾਂ ਤੋਂ ਇਹ ਬੁੱਤ ਹਟੇ ਜਾਂ ਹਟਾਏ ਜਾਣ। ਹੁਣ ਖਬਰ ਮਿਲ ਰਹੀ ਹੈ ਪੂਨੇ ਤੋਂ। ਪੂਨੇ ਦੇ ਵਿੱਚ ਛਾਪਾਮਾਰੀ ਕੀਤੀ ਗਈ। ਇਹ ਛਾਪੇਮਾਰੀ ਦੇ ਦੌਰਾਨ 50 ਕਰੋੜ ਰੁਪਏ ਦੀ ਜਿਹੜੀ ਨਕਦੀ ਕਰੰਸੀ ਹੈ ਜਾਲੀ, ਬਰਾਮਦ ਕੀਤੀ ਗਈ ਹੈ। ਇਹਦੇ ਵਿੱਚੋਂ 43 ਕਰੋੜ ਤੋਂ ਵੱਧ ਦੇ ਜਿਹੜੇ ਨੋਟ ਨੇ, ਨਵੇਂ ਨੋਟ ਨੇ, ਭਾਰਤੀ ਕਰੰਸੀ ਦੇ ਹੈ, ਤੇ 4 ਕਰੋੜ ਤੋਂ ਵੱਧ US ਡਾਲਰ ਨੇ, ਅਮਰੀਕਨ ਡਾਲਰ ਨੇ। ਇਹਦੇ ਵਿੱਚ 6 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ। 6 ਦੇ ਵਿੱਚੋਂ ਇੱਕ ਫੌਜੀ ਜਵਾਨ ਵੀ ਹੈ। ਇਸ ਕਰਕੇ ਆਰਮੀ ਨੇ ਆਪਣੇ ਪੱਧਰ ਦੇ ਉੱਤੇ ਵੀ ਇੱਕ ਇਨਕੁਆਇਰੀ ਬਿਠਾ ਦਿੱਤੀ ਹੈ ਕਿ ਪਤਾ ਤਾਂ ਲੱਗੇ ਇਹ ਜਿਹੜੇ ਰੁਪਈਏ ਜਾਂ ਡਾਲਰ ਛਾਪੇ ਹੋਏ ਸੀ, ਇਹ ਕਿਹੜੇ ਕੰਮ ਵਾਸਤੇ ਛਾਪੇ ਸੀ, ਕਿਹੜੀ ਪ੍ਰੈਸ ਦੇ ਵਿੱਚ ਛਾਪੇ ਸੀ, ਕਿਉਂਕਿ ਨੋਟ ਦੇਖਣ ਤੋਂ ਬਿਲਕੁਲ ਪਤਾ ਨਹੀਂ ਲੱਗਦਾ ਕਿ ਇਹ ਜਾਲੀ ਨੇ ਜਾਂ ਇਹ ਅਸਲੀ ਨੇ। ਅਮਰੀਕਨ ਡਾਲਰ ਤਾਂ ਹੂਬਹੂ ਉਹੋ ਜਿਹੇ ਨੇ, ਪਰ ਭਾਰਤ ਵਾਲੇ ਜਿਹੜੇ ਨੋਟ ਨੇ ਬਿਲਕੁਲ ਇਨ-ਬਿਨ ਉਹੋ ਜਿਹੇ ਨੇ, ਪਰ ਰਿਜ਼ਰਵ ਬੈਂਕ ਆਫ ਇੰਡੀਆ ਦੀ ਬਜਾਏ ਉਹਨਾਂ ਤੇ ਲਿਖਿਆ ਹੈ ਚਿਲਡਰਨ ਬੈਂਕ ਆਫ ਇੰਡੀਆ। ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਨੋਟ ਕਿਉਂ ਛਾਪੇ, ਕਿਹਨੇ ਛਾਪੇ, ਕਿਉਂ ਛਪਵਾਏ, ਕਿੱਥੇ ਜਾਣੇ ਸੀ, ਕਿਹੜੇ ਕੰਮ ਲਈ ਵਰਤੇ ਜਾਣੇ ਸੀ। ਇਸ ਗਰੋਹ ਦੇ ਵਿੱਚ ਜਿਹੜੇ 6 ਵਿਅਕਤੀ ਗ੍ਰਿਫਤਾਰ ਹੋਏ ਨੇ, ਉਹਨਾਂ ਵਿੱਚ ਫੌਜੀ ਜਵਾਨ ਦਾ ਹੋਣਾ ਆਰਮੀ ਵਾਸਤੇ ਵੀ ਉਹਨਾਂ ਨੂੰ ਚੁਕੰਨੇ ਕਰ ਗਿਆ, ਤਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਨੋਟਾਂ ਦੀ ਪੰਡ ਦੇ ਨਾਲ ਦਰਅਸਲ ਕੀਤਾ ਕੀ ਜਾਣਾ ਸੀ। ਦੋਸਤੋ, ਇਹ ਸਨ ਕੁਝ ਇੱਕ ਅੱਜ ਦੀਆਂ ਖਬਰਾਂ ਤੇ ਦਿਲਚਸਪੀਆਂ। ਇਹਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਧੰਨਵਾਦ।